है ਤੇ ਉਹ ਤੇ ਅੱਜ ਨਹੀਂ ਤੇ ਕੱਲ ਵਿਨਾਸ਼ ਹੋਣਾ ਹੈ। ਜਿਵੇਂ ਅਸੀਂ ਐਡਰੈਸ ਪਾਈ ਹੈ ਅੱਜ ਤੇ ਕੱਲ ਅਸੀਂ ਚੇਂਜ ਕਰ ਲਾਂਗੇ ਤੇ ਫਿਰ ਮੈਂ ਥੋੜੀ ਬਦਲ ਜਾਵਾਂਗਾ, ਮੈਂ ਤੇ ਉਹੀ ਰਵਾਂਗਾ ਨਾ, ਡਰੈਸ ਚੇਂਜ ਹੋ ਜਾਏਗੀ। ਇਸੇ ਤਰ੍ਹਾਂ ਇਹ ਸਰੀਰ ਅਸੀਂ ਬਾਰ-ਬਾਰ ਚੇਂਜ ਕਰਦੇ ਹਾਂ, ਪਰ ਆਤਮਾ ਮੇਰੀ ਅਸਲੀ ਪਹਿਚਾਨ ਹੈ, ਉਹ ਸੇਮ ਰਹਿੰਦੀ ਹੈ। ਜੋਤ ਉਹਾ ਜੁਗਤ ਜਾਏ ਸਹਿ ਕਾਇਆ ਫੇਰ ਪਲਟੀ। ਅਸੀਂ ਕਾਇਆ ਚੇਂਜ ਕਰਦੇ ਹਾਂ, ਆਤਮਾ ਅਸੀਂ ਉਹੀ ਹਾਂ ਜੋ ਅਸੀਂ ਪਿਛਲੇ ਜਨਮ ਵਿੱਚ ਹਾਂ। ਇਸ ਚੀਜ਼ ਨੂੰ ਪੱਕਾ ਸਮਝ ਆ ਗਿਆ? ਸਭ ਨੂੰ ਕਲੀਅਰ ਹੈ? ਕੋਈ ਡਾਊਟ ਕਿਸੇ ਨੂੰ ਕਿ ਮੇਰਾ ਅਸਲੀ ਸਰੂਪ ਕੀ ਹੈ? ਆਤਮਾ, ਜੋਤ ਸਰੂਪ ਆਤਮਾ। ਠੀਕ ਹੈ, ਤੇ ਅਸੀਂ ਹੁਣ ਨੈਕਸਟ ਚੈਪਟਰ 'ਚ ਕਰਦੇ ਹਾਂ। ਤੇ ਅਸੀਂ ਕੱਲ ਡਿਸਕਸ ਕੀਤਾ ਸੀ, ਪਰ ਨਵੇਂ ਕੁਝ ਆਏ ਤੇ ਅਸੀਂ ਪਿਛਲੇ ਵਾਲੇ ਨੂੰ ਵੀ ਕਵਰ ਕਰ ਲਿੱਤਾ। ਹੁਣ ਸਰੀਰ ਦਾ ਪਿਤਾ, ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ ਕਿ ਇੱਕ ਸਰੀਰ ਦੇਹਧਾਰੀ ਹੋਏਗਾ। ਸਰੀਰ ਦਾ ਪਿਤਾ ਤੇ ਇਸ ਸਰੀਰ ਨੂੰ ਜਨਮ ਦੇਣ ਵਾਲਾ ਤੇ ਦੇਹਧਾਰੀ ਪਿਤਾ ਹੈ, ਦੇਹਧਾਰੀ। ਲੇਕਿਨ ਆਤਮਾ ਦਾ ਪਿਤਾ ਉਹ ਹੈ ਪਰਮ ਆਤਮਾ। ਜਦ ਦੇਹਧਾਰੀ ਦਾ ਪਿਤਾ ਦੇਹਧਾਰੀ ਹੁੰਦਾ ਹੈ ਤੇ ਆਤਮਾ ਦਾ ਪਿਤਾ ਵੀ ਪਰਮ ਆਤਮਾ, ਪਰਮ ਪਿਤਾ ਜਿਹੜਾ ਜਿਸਨੂੰ ਅਸੀਂ ਕਹਿੰਦੇ ਆ, ਉਹ ਵੀ ਇੱਕ ਜੋਤ ਹੀ ਹੈ। ਕਿਉਂਕਿ ਆਤਮਾ ਜਦ ਜੋਤ ਹੈ ਤੇ ਫਿਰ ਪਰਮ ਆਤਮਾ ਵੀ ਤੇ ਜੋਤ ਹੀ ਹੋਈ ਨਾ, ਪ੍ਰਕਾਸ਼ ਹੀ ਹੋਈ। ਠੀਕ ਹੈ, ਤੇ ਉਸ ਨੂੰ ਅਲੱਗ-ਅਲੱਗ ਧਰਮ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਪੂਜਿਆ ਜਾਂਦਾ ਹੈ, ਜਾਂ ਉਸ ਦਾ ਨਾਮ ਲਿੱਤਾ ਜਾਂਦਾ ਹੈ, ਜਾਂ ਉਸ ਨੂੰ ਯਾਦ ਕੀਤਾ ਜਾਂਦਾ ਹੈ। ਜਿਵੇਂ ਕਿ ਪਰਮਾਤਮਾ, ਸਭ ਤੋਂ ਪਹਿਲਾਂ ਇਹ ਚੀਜ਼ ਕਲੀਅਰ ਵੀ ਕਰਨੀ ਪਏਗੀ, ਪਰਮਾਤਮਾ ਉਹੀ ਹੋ ਸਕਦਾ ਹੈ ਜੋ ਸਰਵ ਧਰਮ ਮਾਨਿਆ ਹੋਵੇ। ਐਸਾ ਨਹੀਂ ਕਿ ਸਿੱਖਾਂ ਦਾ ਕੋਈ ਪਰਮਾਤਮਾ ਅਲੱਗ ਹੈ, ਹਿੰਦੂਆਂ ਦਾ ਕੁਝ ਅਲੱਗ ਹੈ, ਮੁਸਲਿਮਾਂ ਦਾ ਅਲੱਗ ਹੈ, ਐਸਾ ਨਹੀਂ। ਸਭ, ਜਿਵੇਂ ਉਹ ਵੀ ਕਹਿੰਦੇ ਨੇ, ਸਾਈਂ ਬਾਬਾ ਵੀ ਕਹਿੰਦੇ ਨੇ, ਸਭ ਕਾ ਮਾਲਿਕ ਏਕ। ਔਰ ਇਸੇ ਤਰ੍ਹਾਂ ਗੁਰੂ ਨਾਨਕ ਨੇ ਤੇ ਕਲੀਅਰ ਦੱਸ ਹੀ ਦਿੱਤਾ ਸਾਨੂੰ, ਏਕ ਪਿਤਾ ਏਕਸ ਕੇ ਹਮ ਬਾਰਕ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੇ ਪਰਮਾਤਮਾ ਇੱਕ ਹੀ ਹੈ, ਬਸ ਉਸ ਨੂੰ ਧਿਆਨ ਦਾ, ਉਸ ਨੂੰ ਯਾਦ ਕਰਨ ਦਾ ਤਰੀਕਾ ਸਭ ਦਾ ਅਲੱਗ-ਅਲੱਗ ਹੈ, ਔਰ ਸਭ ਨੇ ਇੱਕੋ ਹੀ ਡੈਫੀਨੇਸ਼ਨ ਅਲੱਗ-ਅਲੱਗ ਨਾਮ ਦੇ ਵਿੱਚ ਦਿੱਤੀ ਹੈ ਉਸ ਅਕਾਲ ਪੁਰਖ ਦੀ। ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਕੀ ਹੈਗਾ, ਤੁਸੀਂ ਦੇਖ ਰਹੇ ਹੋ ਇੱਧਰ ਇੱਕ ਸ਼ਿਵਲਿੰਗ ਰੱਖਿਆ ਹੋਇਆ। ਹੁਣ ਸ਼ਿਵਲਿੰਗ ਕੀ ਹੁੰਦਾ ਹੈ? ज्योतिर्लिंग। ज्योतिर्लिंग बेसिकली है की है कि परमात्मा जो है वो ज्योति है, प्रकाश। ते उसनू उसकी पूजा सोमनाथ का मंदिर दिखाया हुआ है, ते उसकी पूजा जिहड़ी है ज्योतिर्लिंग के रूप में हिंदू धर्म में होंदी है। ते वो भी एक उन्हां दा मनना भी है कि परमात्मा एक ज्योति है। इस तरह असी इस्लाम धर्म में देखिए ते मक्का में एक बिल्कुल उसे सेम ओवल शेप का एक पत्थर है जिसको कहते हैं संगे अस्वद। तो की कहते हैं कि अल्लाह एक नूर है, अल्लाह नूर है। जब तक उस पत्थर हज नहीं कर लेंगे ना, जब तक उन्होंने पूजा कंप्लीट नहीं मनी जाती, जब तक वो हज कर लैन उस पत्थर के ऊपर, वो भी उस तरह का ही है। क्योंकि परमात्मा जो है वो एक निराकार है, उसनू पूजन वास्ते एक पत्थर का एक बना दिता लिंग, ते उस दे ऊपर कीता कि एक रेड कलर का डॉट, तुसी देखोगे शिवलिंग ते सारे आम सारे ने देखा होगा, उहदे च की है 3 लाइनां ने ते वो विचकार एक रेड कलर का डॉट। ठीक है, 3 लाइनां किस चीज का प्रतीक है? वो है प्रतीक ब्रह्मा विष्णु ते शंकर, 3 देवते मन्ने गए हैं ना। उस दे विचकार एक लाल कलर का डॉट है, वही ज्योति है, वही प्रकाश। उसे नू इस्लाम धर्म विच अल्लाह एक नूर है, इस तरीके नाल किया। पर गल ते दोनों इको दी कर रहे, पर एक ने अल्लाह कह दिता, एक ने शिव कह दिता, ते आपस से लड़ाई झगड़ा। धर्म के नाम से जितने झगड़े हुए ने आज तक, उतने किसी भी चीज के ऊपर इतने झगड़े नहीं हुए। उस तो बाद असी जीसस क्राइस्ट क्रिश्चियन धर्म के जिहड़े धर्म स्थापक हैं, वो कहते हैं गॉड इज लाइट, परमात्मा एक प्रकाश है। जग में चानन, बिल्कुल गुरु ग्रंथ साहब दे विच गॉड इज लाइट जीसस क्राइस्ट कह रहे हैं। तो वो कैंडल
ਜਲਾਉਂਦੇ ਨੇ, ਉਹ ਉਹਦੇ ਉੱਪਰ ਮੈਡੀਟੇਟ ਕਰਦੇ ਨੇ, ਉਹ ਕਹਿੰਦੇ ਨੇ ਪਰਮਾਤਮਾ ਪ੍ਰਕਾਸ਼ ਹੈ। ਉਹ ਤੇ ਇਹ ਦੋਨੋਂ ਵੀ ਇਹੀ ਕਹਿ ਰਹੇ ਨੇ, ਪਰ ਉਹਨਾਂ ਦੇ ਕਹਿਣ ਦਾ ਤਰੀਕਾ ਅਲੱਗ ਹੈ। ਗੁਰੂ ਨਾਨਕ ਨੇ ਤੇ ਬਿਲਕੁਲ ਹੀ ਕਲੀਅਰ ਕਰ ਦਿੱਤਾ ਸਾਨੂੰ ਕਿ ਇੱਕ ਓਂਕਾਰ ਪਰਮਾਤਮਾ ਇੱਕ ਹੈ, ਉਹ ਨਿਰਾਕਾਰ ਹੈ, ਉਸ ਦਾ ਮਨੁੱਖੀ ਆਕਾਰ ਕੁਝ ਵੀ ਨਹੀਂ ਹੈ। ਕਿਉਂਕਿ ਸਾਡੇ ਅਸੀਂ ਮਨੁੱਖਾਂ ਦਾ ਤੇ ਕੁਝ ਆਕਾਰ ਹੈ ਨਾ, ਸਰੀਰਿਕ ਆਕਾਰ ਹੈ, ਪਰਮਾਤਮਾ ਦਾ ਕੋਈ ਆਕਾਰ ਮਨੁੱਖੀ ਆਕਾਰ ਹੈ ਹੀ ਨਹੀਂ, ਉਹ ਪ੍ਰਕਾਸ਼ ਹੈ, ਜੋਤੀ ਹੈ। ਇਹ ਸਭ ਅਲੱਗ-ਅਲੱਗ ਤਰੀਕੇ ਨਾਲ ਉਸ ਇੱਕ ਦੀ ਗੱਲ ਕਰ ਰਹੇ ਹਨ। ਇੱਕੋ ਦੇ ਅਸੀਂ ਬੱਚੇ ਹਾਂ, ਇੱਕ ਪਰਮਾਤਮਾ ਦੇ ਅਸੀਂ ਬੱਚੇ ਹਾਂ। ਉਸ ਤੋਂ ਇਲਾਵਾ ਅਗਰ ਹੋਰ ਦੇਖੀਏ ਤੇ ਜਿਤਨੇ ਵੀ ਮੰਦਿਰ ਕੋਨੇ-ਕੋਨੇ ਵਿੱਚ ਬਣੇ ਹੋਏ ਹਨ ਭਾਰਤ ਦੇ, ਰਾਮੇਸ਼ਵਰਮ, ਈਵਨ ਹਿੰਦੂਆਂ ਵਿੱਚ ਪੂਜਾ ਹੁੰਦੀ ਹੈ ਰਾਮ ਜੀ ਦੀ, ਸ਼੍ਰੀ ਰਾਮ ਜੀ ਦੀ, ਤੇ ਰਾਮ ਵੀ ਪੂਜ ਰਹੇ ਹਨ ਪਰਮਾਤਮਾ ਨੂੰ। ਇਸ ਦਾ ਮਤਲਬ ਰਾਮ ਤੋਂ ਵੀ ਉੱਪਰ ਕੋਈ ਹੈ। ਰਾਮ ਵੀ ਰਾਮੇਸ਼ਵਰਮ ਮੰਦਿਰ ਵਿੱਚ ਦਿਖਾਉਂਦੇ ਹਨ ਕਿ ਰਾਮ ਵੀ ਪੂਜਾ ਕਰ ਰਹੇ ਹਨ ਸ਼ਿਵ ਦੀ, ਉਹ ਸ਼ਿਵਲਿੰਗ ਦੀ, ਮਤਲਬ ਕਿ ਉਹ ਨਿਰਾਕਾਰ ਦੀ ਪੂਜਾ ਕਰ ਰਹੇ ਹਨ ਪਰਮਾਤਮਾ ਦੀ। ਇਸ ਦਾ ਮਤਲਬ ਅਸੀਂ ਪੂਜਾ, ਮਤਲਬ ਜੋ ਹਿੰਦੂ ਵੀਰ ਹਨ ਉਹ ਪੂਜਾ ਕਰ ਰਹੇ ਹਨ ਸ਼੍ਰੀ ਰਾਮ ਦੀ, ਪਰ ਉਹ ਰਾਮ ਤੇ ਆਪ ਪੂਜਾ ਕਰ ਰਹੇ ਹਨ ਪਰਮਾਤਮਾ ਦੀ। ਇਸ ਦਾ ਮਤਲਬ ਸਾਰਿਆਂ ਦਾ ਪਿਤਾ ਜੋ ਹੈ ਉਹ ਇੱਕੋ ਹੀ ਹੈ। ਭਾਵੇਂ ਤੁਸੀਂ ਕਿਸੇ ਵੀ ਮੰਦਿਰ ਭਾਰਤ ਦੇ ਕੋਨੇ-ਕੋਨੇ ਵਿੱਚ ਚਲੇ ਜਾਓ, ਅਮਰਨਾਥ ਦਾ ਮੰਦਿਰ, ਵਿਸ਼ਵਨਾਥ, ਜਿਤਨੇ ਵੀ ਮੰਦਿਰ ਹਨ ਜੋ ਉਸ ਨਿਰਾਕਾਰ ਪਰਮਾਤਮਾ ਦੇ ਹਨ, ਉਸ ਦੇ ਵਿੱਚ ਉਸੇ ਦੀ ਪੂਜਾ ਹੋ ਰਹੀ ਹੈ, ਉਸ ਨਿਰਾਕਾਰ ਦੀ। ਤੇ ਮੈਸੇਜ ਸਾਰੇ ਧਰਮ ਸਥਾਪਕਾਂ ਨੇ ਇਹੋ ਹੀ ਦਿੱਤਾ ਕਿ ਪਰਮਾਤਮਾ ਜੋ ਹੈ ਉਹ ਨਿਰਾਕਾਰ ਹੈ, ਉਹ ਪ੍ਰਕਾਸ਼ ਹੈ, ਉਹ ਜੋਤੀ ਹੈ, ਉਸ ਨੂੰ ਤੁਸੀਂ ਯਾਦ ਕਰਨਾ। ਪਰ ਕਿਉਂਕਿ ਸਾਨੂੰ ਜਿਤਨੇ ਵੀ ਮਨੁੱਖ ਸਨ, ਧਰਮ ਸਥਾਪਕਾਂ ਨੇ ਤੇ ਆਪਣੀ ਗੱਲ ਕਹਿ ਕੇ ਤੇ ਉਹ ਚਲੇ ਗਏ, ਪਰ ਮਨੁੱਖਾਂ ਨੂੰ ਇਸ ਗੱਲ ਕਲੀਅਰ ਨਾ ਹੋ ਪਾਈ ਤੇ ਉਹਨਾਂ ਨੇ ਧਰਮ ਸਥਾਪਕਾਂ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ। ਜਿਵੇਂ ਅਸੀਂ ਦੇਖੀਏ ਕਿ ਧਰਮ ਸਥਾਪਕ ਜਿਤਨੇ ਵੀ ਹੋਏ ਹਨ, ਸਟਾਰਟਿੰਗ ਫਰੋਮ ਜੀਸਸ ਕ੍ਰਾइस्ट, ਗੁਰੂ ਨਾਨਕ ਔਰ ਮੁਹੰਮਦ ਸਾਹਿਬ, ਤੇ ਜਿਤਨੇ ਵੀ ਪੀਰ ਪੈਗੰਬਰ ਹੋਏ ਹਨ ਜਾਂ ਫਿਰ ਅਵਤਾਰ ਜੋ ਅਸੀਂ ਕਹਿੰਦੇ ਆ ਉਹ ਹੋਏ ਹਨ, ਲੋਕਾਂ ਨੂੰ ਕਿਉਂਕਿ ਉਹਨਾਂ ਦਾ ਕਨਸੈਪਟ ਨਹੀਂ ਸਮਝ ਆਇਆ ਕਿ ਉਹ ਕੀ ਕਹਿਣਾ ਚਾਹ ਰਹੇ ਹਨ ਤੇ ਨਿਰਾਕਾਰ ਕਿਸ ਨੂੰ ਯਾਦ ਕਰਨਾ ਹੈ, ਤੇ ਲੋਕਾਂ ਨੇ ਉਹਨਾਂ ਨੂੰ ਹੀ ਪਰਮਾਤਮਾ ਮੰਨਣਾ ਸ਼ੁਰੂ ਕਰ ਦਿੱਤਾ। ਜਦਕਿ ਉਹ ਆਪ ਦੱਸ ਰਹੇ ਹਨ ਕਿ ਪਰਮਾਤਮਾ ਨੂੰ ਯਾਦ ਕਰਨਾ ਹੈ। ਮੈਂ ਕਦੇ ਵੀ ਕਿਸੇ ਵੀ ਪੈਗੰਬਰ ਨੇ ਇਹ ਨਹੀਂ ਕਿਹਾ ਕਿ ਮੈਂ ਹੀ ਪਰਮਾਤਮਾ ਹਾਂ, ਮੈਂ ਹੀ ਈਸ਼ਵਰ ਹਾਂ। ਕਿਸੇ ਨੇ ਕਿਹਾ ਕਿ ਮੈਂ ਹੀ ਪਰਮਾਤਮਾ ਹਾਂ? ਸਭ ਨੇ ਇਹੀ ਕਿਹਾ ਨਾ ਕਿ ਉਸ ਨੂੰ ਯਾਦ ਕਰਨਾ ਹੈ, ਉਹ ਅਕਾਲ ਪੁਰਖ ਹੈ। ਤੇ ਪਰਮਾਤਮਾ ਜੋ ਹੈ ਉਹ ਨਿਰਾਕਾਰ ਹੈ, ਉਹ ਪ੍ਰਕਾਸ਼ ਹੈ। ਕਲੀਅਰ ਹੈ ਇਹ ਸਭ? ਠੀਕ ਹੈ। ਹੁਣ ਅਸੀਂ ਨੈਕਸਟ ਵਿੱਚ ਆਉਂਦੇ। ਨੈਕਸਟ ਗੁਰੂ ਨਾਨਕ ਨੇ ਜੋ ਅਸੀਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਇੱਕ ਬੜੀ ਹੀ ਬਰੀਫ ਡਿਸਕ੍ਰਿਪਸ਼ਨ ਦਿੱਤੀ ਹੈ ਪਰਮਾਤਮਾ ਦੀ, ਮੂਲ ਮੰਤਰ ਵਿੱਚ ਦਿੱਤੀ। ਇਸ ਤੋਂ ਜ਼ਿਆਦਾ ਬਰੀਫ ਤੇ ਇਸ ਤੋਂ ਜ਼ਿਆਦਾ ਕਲੀਅਰ ਹੋਰ ਕਿਸੇ ਵੀ ਧਰਮ ਸਥਾਪਕ ਨੇ ਉਹਨਾਂ ਤੋਂ ਪਹਿਲਾਂ ਇਤਨੀ ਕਲੀਅਰ ਡੈਫੀਨੇਸ਼ਨ ਅੱਜ ਦਿਨ ਤੱਕ ਨਹੀਂ ਦਿੱਤੀ ਸੀ। ਉਹ ਕਹਿੰਦੇ ਹਨ ਇੱਕ ਓਮਕਾਰ, ਪਰਮਾਤਮਾ ਇੱਕ ਹੈ ਔਰ ਉਹ ਨਿਰਾਕਾਰ ਹੈ, ਉਸ ਦਾ ਕੋਈ ਮਨੁੱਖੀ ਆਕਾਰ ਨਹੀਂ। ਸਤਨਾਮ, ਉਸ ਦਾ ਨਾਮ ਸਤ ਹੈ। ਸਤ ਕੌਣ ਹੁੰਦਾ ਹੈ? ਸਤ ਬੇਸਿਕਲੀ ਸਦਾ ਚੇਂਜ ਨਹੀਂ ਹੁੰਦਾ ਹੈ, ਜੋ ਸਦੀਵੀ ਹੈ, ਜੋ मतलब जो ਇਸ ਤਰ੍ਹਾਂ ਨਹੀਂ ਹੈ ਕਿ मतलब आज कुछ हो रहा है कल कुछ चेंज हो जाएगा, ऐसा नहीं है। वो सदीवी कोई सत है। कर्ता पुरख, ਕਰਨ ਕਰਾਵਨਹਾਰ, ਅਕਾਲ ਪੁਰਖ ਪਰਮਾਤਮਾ ਹੈ, ਉਹ ਸਾਡਾ ਰਚయిਤਾ ਹੈ। ਠੀਕ ਹੈ। ਉਸ ਤੋਂ ਬਾਅਦ ਨਿਰਭਉ, ਨਿਰਵੈਰ, और ये सीक्वेंस देखो कितना ब्यूटीफुल है कि परमात्मा किसी तो डरदा नहीं, वो किसी के भौ विच नहीं है, और ऐसे करके उसका कोई वैरी भी नहीं है। क्योंकि भौ किस नूं हुंदा है? जिसका कोई वैरी होवे तो तां उसनूं भौ हुंदा है, डर हुंदा है। पर सीक्वेंस तुसीं देखो कितना ब्यूटीफुल है। निरभउ, उस तो बाद निर्वैर, परमात्मा का कोई वैरी नहीं। इसका मतलब असीं एक चीज़ नोटिस करनी है, अगर असी परमात्मा अकाल पुरख के बच्चे हाँ, ते अगर साडा एक भी कोई वैरी है, दुश्मन है, तो फिर असी उस दी औलाद होकर के भी सार्थक नहीं कर रहे, सही नहीं कर रहे। क्योंकि अगर कोई राजे का बच्चा है
ਤੇ ਉਹ ਮੰਗਤਾ ਬਣ ਗਿਆ, ਜਿਸ ਤਰ੍ਹਾਂ ਮੈਂ ਕੱਲ ਵੀ ਬਿਆਨ ਕਰ ਰਿਹਾ ਸੀ, ਤੇ ਫਿਰ ਕਿ ਉਹ ਜੱਚੇਗਾ, ਸ਼ੋਭੇਗਾ ਕਿ ਉਹ ਰਾਜੇ ਦਾ ਬੱਚਾ ਹੈ ਪਰ ਉਹ ਮੰਗਤਾ ਹੈ? ਨਹੀਂ ਜੱਚੇਗਾ ਨਾ। ਤੇ परमात्मा जो है वो अकाल मूर्त है, निरभाव है, निर्वैर है। ਅਸੀਂ ਨਾਲ ਨਾਲ ਆਪਣੀ ਵੀ ਚੈਕਿੰਗ ਕਰਦੇ ਰਹੀਏ, ਕਿਉਂਕਿ ਹਰ ਆਤਮਾ ਉਸ ਦੀ ਸੰਤਾਨ ਹੈ ਔਰ ਹਰ ਬੱਚੇ ਦੇ ਵਿੱਚ ਮਾਤਾ ਪਿਤਾ ਦੇ ਗੁਣ ਹੁੰਦੇ ਹਨ, ਠੀਕ ਹੈ। ਤੇ ਅਗਰ ਸਾਡੇ ਅੰਦਰ ਇਹਦੇ ਵਿੱਚ ਕੁਝ ਕਮੀ ਹੈ ਕਿ ਅਸੀਂ ਸਾਡਾ ਕੋਈ ਵੈਰੀ ਹੈ, ਤੇ ਫਿਰ ਅਸੀਂ ਚੈਕਿੰਗ ਕਰਨੀ ਹੈ ਕਿ ਕੀ ਅਸੀਂ ਆਪਣੇ ਅਕਾਲ ਪੁਰਖ ਪਰਮਾਤਮਾ ਦੇ ਸੰਤਾਨ ਹੋਣ ਦਾ ਅਸੀਂ ਦਾਅਵਾ ਕਰ ਸਕਦੇ ਹਾਂ, ਕਿਉਂਕਿ ਅਸੀਂ ਤੇ ਸਾਡੇ ਤੇ ਵੈਰੀ ਵੀ ਹਨ, ਠੀਕ ਹੈ। ਇਹ ਅਸੀਂ ਚੈਕਿੰਗ ਕਰਨੀ। ਉਸ ਤੋਂ ਬਾਅਦ ਅਕਾਲ ਮੂਰਤ ਪਰਮਾਤਮਾ ਜੋ ਹੈ, ਅਕਾਲ ਵਰਡ ਜਿਹੜਾ ਹੈ ਨਾ, ਉਸ ਦੇ ਦੋ ਮੀਨਿੰਗ ਹਨ। ਕਾਲ ਵਰਡ ਦੇ ਵੀ ਦੋ ਮੀਨਿੰਗ ਹਨ। ਇੱਕ ਤੇ ਮ੍ਰਿਤੂ, ਉਸ ਨੂੰ ਵੀ ਕਾਲ ਕਹਿੰਦੇ ਹਨ, ਦੂਜਾ ਸਮਾਂ, ਠੀਕ ਹੈ। ਸਮਾਂ ਜੋ ਹੈ ਉਹ ਵੀ परमात्मा ना ते उसकी वो अजन्मा है, कभी उसकी मृत्यु नहीं होती, ते ना ही वो समय विच आंदा है कि कभी वो होया सी या कभी वो होएगा, वो सदीवी है, सदा काल। अजूनी सहभंग, अजूनी की है, परमात्मा कभी जन्म मरण विच आंदा ही नहीं, साडी तरह नहीं आंदा। असी ते जन्म विच आ रहे हैं, फिर उस बाद मरण विच आवांगे, लेकिन परमात्मा जन्म लैंदा ही नहीं। सहभंग का की मतलब है? अपने आप तो बने, अपने आप तो बनया होया, मतलब उसका कोई रचयिता है ही नहीं है, आप ही ने आप साजे हो। ते परमात्मा अपना रचयिता आप है, उसनु कोई किसी ने नहीं रचया। गुरु प्रसाद परमात्मा की प्राप्ति सतगुरु की कृपा दे नाल होंदी है, गुरु का प्रसाद, ठीक है। इतना ते मूल मंत्र है। उस तो बाद गुरबाणी शुरू होती है, जब आद सच जुगाद सच है भी सच, नानक होसी भी सच। मतलब परमात्मा आदि विच भी सच सी, जुगां तो बाद भी सच है, उस तो बाद है भी सच, ते उस तो बाद नानक होसी भी सच, वो होएगा भी। मतलब ऐ नहीं कि मतलब आज है सच ते कल नहीं होएगा, ऐसा नहीं कह सकते परमात्मा। ਇਹ ਸਾਡੇ ਵਾਸਤੇ ਤੇ ਹੋਰ ਪੋਸੀਬਲ ਹੈ ਕਿ ਮਤਲਬ ਅਸੀਂ ਪਹਿਲਾਂ ਸੱਚ ਸੀ ਤੇ ਹੁਣ ਝੂਠ ਹੋ ਗਿਆ, ਕਿਉਂਕਿ ਅਸੀਂ ਜਨਮ ਮਰਨ ਵਿੱਚ ਆ ਰਹੇ ਹਾਂ। ਪਰਮਾਤਮਾ ਕਿਉਂਕਿ ਜਨਮ ਮਰਨ ਵਿੱਚ ਨਹੀਂ ਆਂਦਾ, ਤੇ ਉਸ ਦੇ ਬਾਰੇ ਵਿੱਚ ਅਸੀਂ ਕਹਾਂਗੇ ਕਿ ਉਹ ਸਦੀਵੀ ਸੱਚ, ਸਤਨਾਮ, ਠੀਕ ਹੈ। ਇਹ ਤੇ ਪਰਮਾਤਮਾ ਦਾ ਜੋ ਨਾਮ ਹੈ, ਉਹਨਾਂ ਦਾ ਸਵ ਕਥਿਤ ਨਾਮ ਜੋ ਹੈ ਪਰਮਾਤਮਾ ਦਾ, ਉਹ ਹੈ सदा शिव। भावें असी उसनू एक ओमकार नाल बुलाइए, भावें उसनू असी वाहिगुरु नाल बुलाइए, वाहिगुरु नाम दे नाल, उसदे अनेकों ही नाम हैं, अनेकों अनगिनत, उसका कोई अंत नहीं है। इवन तुसी जाप साहब पढ़ोगे इतने नाम गुरु गोबिंद सिंह जी ने अकाल पुरख दे बयान किए हैं कि उसका कोई अंत ही नहीं है। लेकिन परमात्मा का नाम उन है जो उसने आप स्वकथित आप बयान किया है, वो है सदा शिव। इसका जिहड़ा कथन है वो गुरु गोबिंद सिंह जी ने क्लीयरली सानू दस्सिया है, देह शिवा बर मोहे ही है, शुभ कर्मन ते कबहू न डरे। गुरु गोबिंद सिंह जी अकाल पुरख परमात्मा शिव तो की मंग रहे हैं, देह शिवा परमोहे, एक वर दे, एक शुभ कर्मा तो मैं कदे भी डरा नहीं। महादेव को कहत सदाशिव, निरंकार का तीनत नहीं। पर शिव नू असी कंफ्यूज ना कर दईए उस शंकर तो। शंकर एक देवता है। शंकर जिहड़ा है उसनू असी देवता कह सकते हैं, उसनू असी परमात्मा नहीं कह सकते। शंकर इज डिफरेंट फ्रॉम शिव। बहुत लोगों विच मनोथ है कि शंकर ही शिव है। शंकर नू कहा जाता है कि वो तो विनाशकारी है, कि उसकी तीजी अख खुली ते विनाश हो गया। सिंबॉलिक है, वैसे करण करावनहार एक परमात्मा ही है, ठीक है। पर परमात्मा का नाम जो है वो है सदा शिव। ते परमात्मा के गुण ते वैसे बेअंत हैं,
ਉਸ ਦੀ ਮਤਲਬ ਗਿਣਤੀ ਵੀ ਨਹੀਂ ਕਰ ਸਕਦੇ। ਪਰ ਪਰਮਾਤਮਾ ਦਾ ਜਿਹੜੇ ਮੂਲ ਗੁਣ ਹਨ, ਵੈਸੇ ਸ਼ਿਵ ਦਾ ਜਿਹੜਾ ਅਰਥ ਹੈ ਉਹ ਹੁੰਦਾ ਹੈ ਕਲਿਆਣਕਾਰੀ, ਮੰਗਲਕਾਰੀ। ਪਰਮਾਤਮਾ ਜੋ ਹੈ ਸਭ ਦਾ ਕਲਿਆਣਕਾਰੀ, ਕਿਸੇ ਦਾ ਵੀ ਬੁਰਾ ਨਹੀਂ ਚਿਤਵਦਾ। ਪਰਮਾਤਮਾ ਉਹ ਹੈ ਹੀ ਕਲਿਆਣਕਾਰੀ, ਠੀਕ ਹੈ। ਤੇ ਪਰਮਾਤਮਾ ਕਲਿਆਣਕਾਰੀ ਹੈ। शिव का दूजा जिहड़ा अर्थ है वो है शांति का सागर। परमात्मा शांति का सागर, ठीक है। और उस तो इलावा परमात्मा के बेअंत गुण हैं, वो ज्ञान का सागर है, सुखा का सागर है। जितने भी तुसी कह लो कि मतलब नाम उन्होंने परमात्मा के गुण जिहड़े हैं वो सारे गुणों का वो सागर है। जिस तरह आत्मा जिहड़ी है वो 7 गुणों का स्वरूप है, जो असी कल भी गल की सी। शांत स्वरूप होना यह आत्मा का एक गुण है। आत्मा के अंदर एक गुण है कि वो शांत स्वरूप है। शांति उसनों बाहर लभण की लोड़ नहीं। ताई गुरबाणी कहती है कि सब कुछ कर मैं बाहर ना ही। शांति असी बाहर नहीं लभ सकते। शांति आत्मा का अपना ही स्वरूप है, सुख आत्मा का अपना ही स्वरूप है। ऐसे तरह परमात्मा इन्हां गुणां का सागर है। शांति का सागर है, सुखा का सागर है, आनंद का सागर है, ज्ञान का सागर है, प्रेम का सागर है, पवित्रता खालसता सागर। जो भी आत्मा के सारे गुण ने उस सारे विच क्यों? क्योंकि जो पिता के गुण होणगे वो बच्चों के विच ऑटोमैटिकली ओरिजिनली होणगे। वो गल अलग है कि असी जन्म मरण विच आने आ ते साडे अंदर जिहड़े गुण हैं, ओरिजिनल क्वालिटीज़ हैं, शांति सुख, उसनों असी भुल करके असी देहपान विच आ जाते हैं, ईगो विच आ जाते हैं जन्म लेंदे लेंदे। क्योंकि आत्मा जितने जन्म लेंदी है ना, जितना चिर तक जन्म लेंदी रहती है, उसके अंदर उतना ही ज़्यादा अपने बॉडी के नाल अटैचमेंट हो जाती है। जबकि बॉडी तो आत्मा बिल्कुल अलग है, दोनों अलग चीज़ां हैं। आत्मा अलग है, बॉडी अलग है। पर आत्मा अपनी बॉडी के नाल इतना अटैच हो जाती है कि इसे नूं ही अपनी आइडेंटिटी समझ लैंदी ते उसके अंदर फिर विकार आ जाते हैं। जबकि विकार आत्मा का मूल स्वरूप है ही नहीं। आत्मा का मूल स्वरूप है ही शांति, सुख, पवित्रता, प्रेम, आनंद, वही सारे आत्मा के गुण, ठीक है। नैक्सट स्लाइड विच तुसीं देखोगे, ਇਹਦੇ ਵਿੱਚ ਲਿਖਿਆ ਹੈ ਸੱਚਖੰਡ ਵਸੈ ਨਿਰੰਕਾਰ। परमात्मा ਦਾ ਨਿਵਾਸ ਸਥਾਨ। ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਵਿੱਚ ਪਹਿਲਾਂ ਕਹਿੰਦੇ ਹਨ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੰਭਾਲੇ। ਉਹ ਦਰ कैसा है, वो घर कैसा है ਜਿਹਦੇ ਵਿੱਚ ਤੂੰ बैठ के सारी सृष्टि की संभाल कर रहे। फिर आप ही जवाब देंगे सचखंड वसै निरंकार। ते असी इस सृष्टि के उपर स्थूल सृष्टि जिसको कहते हैं, ਇਹਦੇ ਵਿੱਚ ਅਸੀਂ ਇਸ ਵੇਲੇ ਹੈਗੇ ਹਾਂ, ਜਿਹਦੇ आस-पास सूरज चंद सितारे हैं। ਇਹ स्थूल सृष्टि आत्मावां इस स्थूल सृष्टि विच आंदियां कित्थों है, ਇਹ ਸਾਨੂੰ समझना पएगा। सब तो ऊपर तुसी देखोगे इसनूं कहा जाता है सचखंड, जो इस सृष्टि तो पार, सूरज चंद सितारियां तो पार एक जगह है जिसनों असी कहने हैं ब्रह्मलोक जां सचखंड जां ब्रह्म महतत्व। बड़े नाम ने, शांति धाम, परम धाम, बड़े नाम ने, बेअंत। वो है आत्मावां की रहन की जगह, जिथे आत्मावां रुकदियां हन ते उधरों ही आत्मावां इस सृष्टि ते आकर के अपना पार्ट प्ले करदियां। परमात्मा दा निवास स्थान सब तो ऊपर आत्मावां दी दुनिया दे विच सब तो टॉप विच। ए तुसी डॉट डॉट्स देख रहे हो, ए सारी डॉट डॉट्स जेड़ियां ने ए आत्मावां हैं, ज्योति आत्मावां हैं, सारी ज्योत स्वरूप आत्मावां हैं। इधरों आत्मावां थल्ले आकर के अपना पार्ट प्ले करदियां हैं। जन्म विच आए, वड्डी कोई मतलब मनुखी आत्मा जन्म लेता ते उस तो बाद फिर वड्डा होया, वृद्ध होया ते उस तो बाद शरीर छाड़ देता। लेकिन आत्मा वापस ऊपर नहीं जा सकती। कदों तक नहीं जा सकती? जब तक इस पुरानी सृष्टि का विनाश नहीं हो जाता, तब तक आत्मावां इत्थे ही जन्म मरण विच आंदियां रहंदियां। एक जन्म खत्म होया,
ਦੂਜਾ ਜਨਮ, ਉਸ ਤੋਂ ਬਾਅਦ ਮ੍ਰਿਤਿੂ, ਫਿਰ ਜਨਮ, ਜਨਮ ਮਰਨ, ਇਸ ਤਰ੍ਹਾਂ ਚੱਲਦਾ ਰਹਿੰਦਾ। ਠੀਕ ਹੈ, ਇਹ ਵਿਚਕਾਰਲਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਹੈ ਸੂਖਸ਼ਮ ਵਤਨ, ਜਿਹਦੇ ਵਿੱਚ ਇਹ ਤਿੰਨ ਦੇਵਤੇ ਬ੍ਰਹਮਾ, ਵਿਸ਼ਨੂੰ ਤੇ ਸ਼ੰਕਰ, ਇਹ ਤਿੰਨਾਂ ਦਾ ਨਿਵਾਸ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦੀ ਬਾਰ। ਇਹ ਤਿੰਨ ਦੇਵਤੇ ਹਨ, ਪਰ ਕਰਮ ਕਰਾਵਨਹਾਰ ਉਹ ਇੱਕ ਓਮਕਾਰ ਹੀ ਹੈ, ਪਰਮਾਤਮਾ ਹੀ ਹੈ, ਜੋ ਇਹਨਾਂ ਤਿੰਨਾਂ ਦੇ ਥਰੂ ਕ੍ਰੀਏਟ ਵੀ ਕਰ ਰਿਹਾ ਹੈ, ਉਸ ਦੀ ਸੰਭਾਲ ਵੀ ਕਰ ਰਿਹਾ ਹੈ, ਤੇ ਫਿਰ ਉਸ ਤੋਂ ਬਾਅਦ ਜਦੋਂ ਸ੍ਰਿਸ਼ਟੀ ਪੁਰਾਣੀ ਹੋ ਜਾਂਦੀ ਤੇ ਉਸ ਦਾ ਵਿਨਾਸ਼। ਕਰਮ ਕਰਾਵਨਹਾਰ ਉਹ ਪਰਮਾਤਮਾ ਹੈ, ਲੇਕਿਨ ਉਹ ਆਪ ਨਹੀਂ ਕਰਦਾ, ਉਹ ਇਹਨਾਂ ਤਿੰਨਾਂ ਦੇ ਥਰੂ ਕਰਵਾਉਂਦਾ ਹੈ। ਠੀਕ ਹੈ, ਆਤਮਾਵਾਂ ਜਦੋਂ ਆਪਣਾ ਸਰੀਰ ਇੱਥੇ ਲੈ ਕਰਕੇ ਮਾਂ ਦੇ ਗਰਭ ਵਿੱਚ ਪ੍ਰਵੇਸ਼ ਕਰਕੇ ਉਸ ਤੋਂ ਬਾਅਦ ਫਿਰ ਆਪਣਾ ਪਾਰਟ ਇਸ ਦੁਨੀਆ ਵਿੱਚ ਆ ਕਰਕੇ ਪਲੇ ਕਰਦੀਆਂ ਹਨ, ਉਸ ਤੋਂ ਬਾਅਦ ਆਪਣਾ ਜੀਵਨ ਬਤੀਤ ਕਰਕੇ ਜਦੋਂ ਸਰੀਰ ਛੱਡਣ ਦਾ ਟਾਈਮ ਆਉਂਦਾ ਹੈ ਤੇ ਆਤਮਾ ਕੁਝ ਸਮੇਂ, ਜਿਵੇਂ ਅਸੀਂ 13ਵੀਂ ਜਾਂ ਲੋਕੀ ਕਰਦੇ ਨੇ 13ਵੀਂ, ਤੇ ਉਹ ਕੁਝ ਟਾਈਮ ਤੱਕ, ਕੁਝ ਦਿਨਾਂ ਤੱਕ ਆਤਮਾ ਇਸ ਥਾਂ ਤੇ ਆਉਂਦੀ ਹੈ ਸੂਖਸ਼ਮ ਵਤਨ ਵਿੱਚ, ਜਿੱਥੇ ਉਹਨਾਂ ਨੂੰ ਆਤਮਾ ਨੂੰ ਪਰਮਾਤਮਾ ਦਾ ਇੱਕ ਸਾਖਸ਼ਾਤਕਾਰ ਹੁੰਦਾ ਹੈ, ਦਿਖਦੀ ਆਤਮਾ, ਤੇ ਪਰਮਾਤਮਾ ਬਹੁਤ ਪਿਆਰ ਨਾਲ ਉਸ ਨੂੰ, ਆਤਮਾ ਨੂੰ ਜਿਵੇਂ ਦ੍ਰਿਸ਼ਟੀ ਜਿਵੇਂ ਦਿੰਦਾ ਹੈ, ਤੇ ਪਰਮਾਤਮਾ ਉਹ ਆਤਮਾ ਇਤਨੀ ਜ਼ਿਆਦਾ ਖਾਲਸ ਮਤਲਬ ਉਸ ਟਾਈਮ ਫੀਲ ਕਰਦੀ ਹੈ, ਤੇ ਫੀਲ ਕਰਦੀ ਹੈ ਕਿ ਮੈਂ ਇਹ ਕਰਮ ਦੁਸ਼ਕਰਮ ਕੀਤੇ ਨੇ ਆਪਣੇ ਪਿਛਲੇ ਜਨਮ ਵਿੱਚ, ਤੇ ਉਸ ਨੂੰ ਬੜਾ ਹੀ ਗਿਲਟ ਹੁੰਦਾ ਹੈ। ਉਹ ਗਿਲਟ ਕਰਕੇ ਆਤਮਾ ਜਿਹੜੀ ਹੈ ਉਸ ਨੂੰ ਇੱਕ ਤਰ੍ਹਾਂ ਦੀ ਸਜ਼ਾ ਹੀ ਹੁੰਦੀ ਹੈ ਉਹਦੇ ਵਾਸਤੇ, ਕਿ ਉਸ ਨੂੰ ਬੜਾ ਪਛਤਾਵਾ ਹੋ ਰਿਹਾ ਕਿ ਮੈਂ ਇਹ ਕਰਮ ਕੀਤੇ ਨੇ ਆਪਣੇ ਪਿਛਲੇ ਜਨਮ ਵਿੱਚ, ਤੇ ਆਪਣੇ ਜਨਮ ਆਪਣੇ ਕਰਮਾਂ ਦੇ ਹਿਸਾਬ ਨਾਲ ਆਤਮਾ ਵਾਪਸ ਸ੍ਰਿਸ਼ਟੀ ਤੇ ਆਉਂਦੀ ਹੈ, ਤੇ ਵਾਪਸ ਆਪਣੇ ਪਿਛਲੇ ਕਰਮਾਂ, ਪਿਛਲੇ ਜਨਮ ਦੇ ਕਰਮਾਂ ਦੇ ਹਿਸਾਬ ਨਾਲ ਜਨਮ ਲੈਂਦੀ ਹੈ। ਠੀਕ ਹੈ, ਆਤਮਾ ਆਪਣੇ ਹੀ ਪੂਰਵ ਜਨਮ ਦੇ ਹਿਸਾਬ ਨਾਲ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ, ਆਪਣੇ ਹੀ ਅਸੀਂ ਪਿਛਲੇ ਜਨਮ ਦੇ ਕਰਮਾਂ ਦੇ ਹਿਸਾਬ ਨਾਲ ਇਸ ਜਨਮ ਦੀ ਸਾਡੀ ਫੈਮਿਲੀ ਹੁੰਦੀ ਹੈ, ਇਸ ਜਨਮ ਦੇ ਸਾਡੇ ਲੇਖ ਹੁੰਦੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਲ। ਠੀਕ ਹੈ, ਹੁਣ ਇੱਕ ਚੀਜ਼ ਮੈਂ ਇੱਥੇ ਬਿਆਨ ਕਰਨਾ ਚਾਹਾਂਗਾ ਕਿ ਆਤਮਾਵਾਂ ਉੱਪਰੋਂ ਆਉਂਦੀਆਂ ਹਨ। ਇੱਕ ਐਗਜ਼ਾਮਪਲ ਲੈ ਕੇ ਚੱਲਣਾ ਕਿ ਫਰਜ਼ ਕਰੋ ਕਿ ਇੱਕ ਮਾਂ ਹੈ ਤੀਜੇ ਫਲੋਰ ਤੇ ਉਸਦੇ ਬਹੁਤ ਸਾਰੇ ਬੱਚੇ ਹਨ, ਬਹੁਤ ਸਾਰੇ ਬੱਚੇ, ਤੇ ਉਹ ਮਾਂ, ਉਹ ਬੱਚੇ ਕਹਿੰਦੇ ਨੇ ਥੱਲੇ ਦੇਖ ਕੇ ਕਿ ਮਾਂ ਮੈਂ ਥੱਲੇ ਜਾ ਕੇ ਖੇਡਣਾ ਚਾਹੁੰਦਾ। ਉਹ ਦੋ ਬੱਚੇ ਚਲੇ ਜਾਂਦੇ ਹਨ, ਥੱਲੇ ਜਾ ਕੇ ਖੇਡਣਾ ਸ਼ੁਰੂ ਕਰ ਦਿੰਦੇ ਤੇ ਬੜਾ ਇੰਜੋਏ ਕਰ ਰਹੇ ਹਨ, ਖੇਡ ਰਹੇ ਹਨ, ਤੇ ਮਾਂ ਉੱਪਰੋਂ ਦੇਖ ਰਹੀ ਹੈ, ਮਾਂ ਵੀ ਖੁਸ਼ ਹੋ ਰਹੀ ਹੈ ਕਿ ਬੱਚੇ ਇੰਜੋਏ ਕਰ ਰਹੇ। ਉਸ ਤੋਂ ਬਾਅਦ ਕੁਝ ਬੱਚੇ ਥੱਲੇ ਵੇਖਦੇ ਹਨ ਤੇ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਦੇਖ ਕੇ ਸਾਡਾ ਵੀ ਮਨ ਕਰ ਰਿਹਾ, ਅਸੀਂ ਵੀ ਜਾਣਾ ਚਾਹੁੰਦੇ ਹਾਂ, ਤੇ ਉਹ ਦੂਜੀ ਵਾਰੀ ਹੋਰ ਬੱਚੇ, ਕੁਝ 2-4 ਹੋਰ ਬੱਚੇ ਜਾਣਾ ਸ਼ੁਰੂ ਕਰ ਦਿੰਦੇ ਤੇ ਉਹ ਵੀ ਬੜਾ ਇੰਜੋਏ ਕਰਦੇ ਹਨ। ਤੀਜੀ ਵਾਰ ਕੀ ਹੁੰਦਾ ਹੈ, ਕੁਝ ਬੱਚੇ ਜਿਹੜੇ ਉੱਪਰ ਨੇ ਉਹ ਦੇਖ ਰਹੇ ਹਨ ਕਿ ਥੱਲੇ ਦੇ ਬੱਚੇ ਇੰਜੋਏ ਕਰ ਰਹੇ ਹਨ, ਅਸੀਂ ਵੀ ਜਾਵਾਂਗੇ, ਤੇ ਤੀਜੀ ਵਾਰ ਉਹ ਬੱਚੇ ਹੋਰ ਜਾਂਦੇ ਨੇ। ਹੁਣ ਤੀਜੀ ਵਾਰ ਕੀ ਹੁੰਦਾ, ਜਦ ਬੱਚੇ ਥੱਲੇ ਜਾਂਦੇ ਨੇ ਤੇ ਫਿਰ ਗੇਮ ਜੋ ਖੇਡ ਰਹੇ ਹਨ ਉਸ ਦੇ ਵਿੱਚ ਕੁਝ ਬੇਈਮਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਪਹਿਲਾਂ ਉਹ ਖੇਡ ਰਹੇ ਸੀ ਨਾ, ਪੂਰੇ ਰੂਲ ਦੇ ਹਿਸਾਬ ਨਾਲ ਗੇਮ ਖੇਡ ਰਹੇ ਸੀ, ਹੁਣ ਉਹ ਨਹੀਂ ਖੇਡ ਰਹੇ, ਹੁਣ ਬੇਈਮਾਨੀ ਸ਼ੁਰੂ ਹੋ ਗਈ ਗੇਮ ਦੇ ਵਿੱਚ, ਤੇ ਮਾਂ ਇਹ ਸਭ ਚੀਜ਼ ਦੇਖ ਰਹੀ ਹੈ ਉੱਪਰੋਂ। ਤੇ ਮਾਂ ਕੀ ਕਹਿੰਦੀ ਹੈ, ਉਹਨਾਂ ਬੱਚਿਆਂ ਦੇ ਵੱਡੇ ਭਰਾ ਜਿਹੜੇ ਨੇ ਉਹਨਾਂ ਨੂੰ ਕਹਿੰਦੀ ਤੁਸੀਂ ਜਾ ਕਰਕੇ ਇਹਨਾਂ ਨੂੰ ਗੇਮ ਦੇ ਰੂਲ ਦੱਸੋ, ਕਿਉਂਕਿ ਇਹ ਗੇਮ ਦੇ ਰੂਲ ਭੁੱਲ ਚੁੱਕੇ ਆ। ਤੇ ਉਹ ਵੱਡੇ ਭਰਾ ਜਿਹੜੇ ਨੇ ਬੱਚਿਆਂ ਦੇ ਉਹ ਜਾਂਦੇ ਨੇ ਥੱਲੇ ਸਮਝਾਉਣ ਵਾਸਤੇ, ਗੇਮ ਦੇ ਰੂਲ ਇਹ ਹੈ। ਇੱਕ ਵੱਡਾ ਭਰਾ ਜਾਂਦਾ ਹੈ, 2 3 4 ਕਰਕੇ ਜਾਂਦੇ ਨੇ, ਲੇਕਿਨ ਕੁਝ ਟਾਈਮ ਤੇ ਬੱਚੇ ਰੂਲ ਦੇ ਹਿਸਾਬ ਨਾਲ ਖੇਡਦੇ ਹਨ, ਪਰ ਫਿਰ ਵਾਪਸ ਉਸੇ ਤਰ੍ਹਾਂ ਪਹਿਲੇ ਦੀ ਤਰ੍ਹਾਂ ਬੇਈਮਾਨੀ ਕਰਨੀ ਸ਼ੁਰੂ ਹੋ ਜਾਂਦੀ। ਉਸ ਤੋਂ ਬਾਅਦ ਲਾਸਟ ਵਿੱਚ ਕੁਝ ਬੱਚੇ ਹੋਰ ਥੱਲੇ ਚਲੇ ਜਾਂਦੇ ਚੌਥੀ ਵਾਰੀ। ਹੁਣ ਇਸ ਵਾਰੀ ਕੀ ਹੁੰਦਾ,
कि गेम नहीं होंदी, सिर्फ बेईमानी, चीटिंग, धोखा धड़ी यही सब चीज होंदी है। जब माँ ऐसा देखती है कि गेम ते खेड नहीं रहे, सिर्फ लड़ रहे ने, झगड़ रहे ने, इचड़ विच लथे मतलब लथे गए ने, ते माता नूं बड़ा तरस आंदा है, ते वो आप ही थले आती है, ते थले आकर के एक एक बच्चे नूं साफ कर दिए, एक एक बच्चे नूं नहला धुला के वापस ऊपर लैके आती सारे। ते मैं तुहानूं ये क्यों दस रहा, क्योंकि परमात्मा दा यही रोल है, परमात्मा दा काम यही है। ਇਹ जितनियां भी आत्मावां तुसी देख रहे हो, ਇਹ उपरों सब तो पहला कुछ बहुत छोटी जी संख्या उपरों थले आंदी इस दुनिया दे विच पार्ट प्ले सतयुग दे विच। सतयुग विच बहुत थोड़े मनुख होंदे हन जो बिल्कुल तरीके नाल जीवन किस तरह जीना है, परफेक्ट वर्ल्ड जिसनूं कहंदे हन, उस तरह वो जींदे हन। उस तो बाद आंदा त्रेता युग। त्रेता युग विच की होंदा है, दुनिया थोड़ी जी पुरानी होंदी है, ठीक है, लेकिन हले भी वो गेम दे रूल दे हिसाब नाल सब सुख शांति विच रह रहे हैं, किते भी दुख अशांति नहीं, कोई धोखाधड़ी नहीं, ईमानदारी नाल सब रह रहे हैं त्रेता युग विच। पर जदों द्वापर युग आंदा है ते फिर की होंदा है, द्वापर मतलब वो दो मतां आनियां शुरू हो जांदियां। दो मतां किस तरह दी कि मैं अपनी पहचान नूं भुल गया, अपने आप नूं आत्मा जोत स्वरूप नहीं समझ रहा, अपने नूं शरीर समझ रहा। ते जिस वेले अपने आप नूं मैं शरीर समझना शुरू कर दिता, ते मेरे अंदर काम, क्रोध, लोभ, मोह, अहंकार एंटर करना शुरू कर दिया, दुख आना शुरू हो गया। ते फिर दुख आंदा है, ते फिर पर मनुख की करता है, ऊपर परमात्मा नूं याद करता है, दुख में सिमरन सब करे, सुख में करे ना कोई। जदों सतयुग त्रेता युग सी, सुख सी, किसी ने परमात्मा नूं याद नहीं किया उस वेले, क्योंकि वो आप ही खालस, वो आप ही प्योर सी, सारी आत्मावां जो सतयुग विच सी। पर जदों द्वापर आया ते दुख अशांति आनी शुरू हुई, उस तो बाद ही परमात्मा ने उन्हां धर्म स्थापकां नूं भेजना शुरू किया, जिस दे विच सब तो पहला इब्राहिम आए द्वापर युग दे विच। उस तो बाद बुद्ध धर्म दे महात्मा बुद्ध, बौद्ध धर्म दे, उस तो बाद जीसस क्राइस्ट आए। इन्हां सब दा काम की सी कि जो लोकी अपनी असलीयत नूं भुल चुके हैं, प्रेम सुख शांति नूं भुल चुके हैं, धर्म नूं भुल चुके हैं, उन्हां नूं सही राह दसनी। उन्होंने अपनी तरफों बहुत कोशिश की, पर फिर उस तो बाद भी दुनिया निमान वल थले वल अपने आप ही आ रही सी, दुख अशांति बढ़ती जा रही सी। उस तो बाद गुरु नानक की आमद हुई, जो कलयुग दे विच हुई, सब तो लास्ट विच गुरु नानक की आमद हुई। गुरु नानक ने इतना परमण किया पूरे वर्ल्ड का, जितना होर किसी भी धर्म स्थापक ने नहीं किया, अज दिन तक नहीं किया सी। कि मतलब मैं जितने भी धर्म के गढ़ हैगे हैं, उन उत्थे जा करके लोकां नूं संदेश और लोकां नूं सही मार्ग ते पहुंचाना है, क्योंकि लोकी भुल गए हैं कि गेम के रूल्स की हैं, प्रेम सुख शांति नूं भुल गए हैं, ते विकारी बन गए हैं, काम क्रोध लोभ मोह अहंकार विच फसे हुए हैं। उन्हां नूं इन्हां विचों कढना है, यह गुरु नानक दा एम सी। उन्होंने अपनी तरफों मतलब इतना परमण किया कि जितना नहीं किसी ने किया होगा। लेकिन अज का जिहड़ा टाइम आ गया है, हुण तुसीं देखोगे अज का जिहड़ा टाइम है, इसनूं की कहोगे, कलयुग कहोगे या घोर कलयुग कहोगे? तुसीं न्यूज़पेपर उठा के देख लो या न्यूज़ चैनल लगा के देख लो, तुहानूं 90% तो ज़्यादा नैगेटिव न्यूज़ दिखेगी। तुसीं कुछ मतलब रोज़ तुहानूं ऐसी चीज़ां सुनन नूं मिलणगियां जो कि मतलब तुसीं कहोगे ऐसा भी कुछ हो सकता है, पॉसिबल है, ऐसा भी कुछ ऐसा सुनन नूं मिल गया। अज इंसान नूं खा रहा है। तुसीं देखिया होएगा बाहरली कंट्री विच ते किसे थां ते इस जगह दे विच भी ऐसा हुंदा है कि ह्यूमन फ्लैश नूं खाया जाता है, ह्यूमन फ्लैश। तुसीं सोच सकते हो इस तो ज़्यादा इंसान की गिरेगा। उस तो बाद छोटे छोटे बच्चों नाल ऐसा कुकर्म होना, ऐसी चीज़ होनी। अज जो टाइम है, इसनूं ए टाइम ते गुरु नानक दे टाइम विच भी नहीं सी, जो अज दा टाइम है।
ਹਾਲਾਂਕਿ ਉਸ ਟਾਈਮ ਕਿਤਨੇ ਦੁੱਖ ਅਸ਼ਾਂਤੀ ਸੀ, ਪਰ ਤੁਸੀਂ ਸੋਚ ਸਕਦੇ ਹੋ ਕਿ ਅੱਜ ਦਾ ਟਾਈਮ ਇਤਨਾ ਜ਼ਿਆਦਾ ਘੋਰ ਕਲਯੁਗ ਹੋ ਗਿਆ ਹੈ ਕਿ ਅੱਜ ਦੇ ਟਾਈਮ ਵਿੱਚ ਕੋਈ ਧਰਮ ਸਥਾਪਕ ਨੂੰ ਪਰਮਾਤਮਾ ਨਹੀਂ ਭੇਜਦੇ, ਪਰਮਾਤਮਾ ਨੂੰ ਆਪ ਹੀ ਆਉਣਾ ਪੈਂਦਾ ਹੈ। ਛੱਡ ਸਿੰਘਾਸਨ ਹਰਿ ਜੀ ਆਏ। ਪਰਮਾਤਮਾ ਕਹਿੰਦੇ ਹਨ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜਨਮ ਮਰਨ ਵਿੱਚ ਕੌਣ ਹੈ? ਨਹੀਂ ਹੈ। ਗੁਰੂ ਨਾਨਕ ਵੀ ਜਨਮ ਵਿੱਚ ਆਏ, ਲੇਕਿਨ ਪਰਮਾਤਮਾ ਐਸਾ ਹੈ ਜੋ ਜਨਮ ਮਰਨ ਵਿੱਚ ਨਹੀਂ ਆਉਂਦਾ ਕਦੇ ਵੀ, ਲੇਕਿਨ ਉਹ ਪਰਉਪਕਾਰ ਵਾਸਤੇ ਇਸ ਦੁਨੀਆ ਵਿੱਚ ਜ਼ਰੂਰ ਆਉਂਦੇ। ਅਸੀਂ ਆਸਾ ਜੀ ਦੀ ਵਾਰ ਵਿੱਚ ਰੋਜ਼ ਸੁਣਦੇ ਹਾਂ ਕਿ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਲਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਨੀ ਵਾਰ। ਤੇ ਪਰਮਾਤਮਾ ਦਾ ਆਕਿਊਪੇਸ਼ਨ ਇਹੀ ਹੈ, ਪਰ ਪਤਿਤ ਪਾਵਨ ਹਰ ਬਿਰਧ ਤੁਮਾਰ। ਪਰਮਾਤਮਾ ਦਾ ਕੰਮ ਕੀ ਹੈ ਕਿ ਜੋ ਵੀ ਪਤਿਤ ਬਣ ਗਏ ਹਨ, ਮਨੁੱਖ ਪਾਪੀ ਬਣ ਗਏ ਹਨ, ਉਹਨਾਂ ਨੂੰ ਸਹੀ ਮਾਰਗ ਦੱਸਣਾ ਤੇ ਇੱਕ ਮਨੁੱਖ ਤੋਂ ਦੈਵੀ ਮਨੁੱਖ ਬਣਾ ਦੇਣਾ। ਇਹ ਕੋਈ ਇਨਸਾਨ ਨਹੀਂ ਕਰ ਸਕਦਾ, ਇਹ ਸਵਯੰ ਪਰਮਾਤਮਾ ਹੀ ਕਰ ਸਕਦੇ, ਹੋਰ ਕੋਈ ਵੀ ਨਹੀਂ ਕਰ ਸਕਦਾ। ਅਸੀਂ ਤੁਸੀਂ ਚਾਹੀਏ ਨਹੀਂ ਕਰ ਸਕਦੇ, ਕਿਉਂਕਿ ਅਸੀਂ ਆਪ ਹੀ ਪਤਿਤ ਹੈਗੇ ਤੇ ਅਸੀਂ ਦੂਜਿਆਂ ਨੂੰ ਕਿਸ ਤਰ੍ਹਾਂ ਪਾਵਨ ਬਣਾਵਾਂਗੇ? ਇਹ ਤੇ ਉਹ ਪਰਮਾਤਮਾ ਅਕਾਲ ਪੁਰਖ ਆਪ ਹੀ ਕਰ ਸਕਦਾ ਹੈ। ਇਸ ਦਾ ਜਿਹੜਾ ਹੈ ਉਹ ਪਰਮਾਤਮਾ ਦਾ ਹੀ ਕੰਮ ਹੈ। ਠੀਕ ਹੈ, ਤੇ ਅੱਜ ਜਿਹੜਾ ਸਮਾਂ ਹੈ, ਇਸ ਵੇਲੇ ਪਰਮਾਤਮਾ ਦੀ ਆਮਦ ਇਸ ਦੁਨੀਆ ਵਿੱਚ ਹੋ ਚੁੱਕੀ ਹੈ। ਉਹ ਸੱਚਖੰਡ ਵਿੱਚੋਂ ਉਹ ਥੱਲੇ ਆ ਚੁੱਕੇ ਹਨ ਤੇ ਉਹ ਥੱਲੇ ਆ ਕੇ ਕੀ ਕਰ ਰਹੇ ਹਨ ਕਿ ਪਰਮਾਤਮਾ ਦਾ ਕੰਮ ਹੈ ਸਭ ਨੂੰ ਖਾਲਸ ਬਣਾਉਣਾ। ਜੋ ਗੁਰੂ ਗੋਬਿੰਦ ਸਿੰਘ ਜੀ ਕਹਿ ਚੁੱਕੇ ਹਨ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬੱਚੇ। ਅਸੀਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ। ਉਹ 300 ਸਾਲ ਪਹਿਲਾਂ ਹੀ ਕਹਿ ਕੇ ਜਾ ਚੁੱਕੇ ਹਨ ਗੁਰੂ ਗੋਬਿੰਦ ਸਿੰਘ ਜੀ ਕਿ ਐਸਾ ਇੱਕ ਸਮਾਂ ਆਏਗਾ ਜਦ ਖਾਲਸਾ ਰਾਜ ਕਰੇਗਾ। ਖਾਲਸਾ ਦਾ ਮੀਨਿੰਗ ਇਹ ਨਹੀਂ ਹੈ ਕਿ ਸਿਰਫ ਸਿੱਖ ਲੋਕ ਹੀ ਰਾਜ ਕਰਨਗੇ, ਇਹ ਚੀਜ਼ ਪਹਿਲਾਂ ਹੀ ਕਲੀਅਰ ਕਰਦੇ ਹਾਂ। ਖਾਲਸਾ ਕੋਈ ਵੀ ਆਤਮਾ ਹੋ ਸਕਦੀ ਹੈ, ਭਾਵੇਂ ਕਿਸੇ ਵੀ ਧਰਮ ਦੀ ਹੋਵੇ, नो मैटर हिंदू है, मुस्लिम है, सिख है, ईसाई है। क्योंकि अगर ऐसा ना होंदा तो फिर गुरु ग्रंथ साहिब दे विच फरीद जी की बाणी नहीं होनी सी, कबीर जी की बाणी नहीं होनी सी। क्यों? क्योंकि खालसा किसी कोई धर्म स्पेसिफिक नहीं है कि मतलब यही धर्म खालसा हो सकता है। किसी भी धर्म दी आत्मा वो खालस, वो प्योर बन सकती है। क्योंकि खालस होने का प्रोसैस वो गुरु गोबिंद सिंह जी सानू दस चुके हैं कि जागत जोत जपै निस बासुर, एक बिना मन नैक ना आने। और लास्ट में की है पूरन जोत जगह घट में तब खालस माहे न खालस। कि जब आत्मिक जोत पूर्ण तौर पे जग जाती है ਤਾਂ ਅਸੀਂ ਖਾਲਸ ਬਣ ਸਕਦੇ ਹਾਂ। ਇਹੀ ਪ੍ਰੋਸੀਜਰ ਹੈ, ਇਹੀ ਤਰੀਕਾ ਤੇ ਪਰਮਾਤਮਾ ਸਾਨੂੰ ਅੱਜ ਇਹੀ ਦੱਸ ਰਿਹਾ ਕਿ ਅਸੀਂ ਆਪਣੇ ਨੂੰ ਆਪਣੇ ਸਰੂਪ ਵਿੱਚ ਟਿਕ ਕਰਕੇ